ਸਾਰੇ ਇਹਨਾਂ ਇਲਜ਼ਾਮਾਂ ਤੋਂ ਬਾਅਦ ਚਿੱਠੀ ਤੋਂ ਬਾਅਦ ਬੀਜੇਪੀ ਦਾ ਕੀ ਕਹਿਣਾ ਹੈ? ਸਾਡੇ ਨਾਲ ਬੀਜੇਪੀ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਜੁੜੇ ਹੋਏ ਨੇ। ਗਰੇਵਾਲ ਸਾਹਿਬ, ਤੁਹਾਡਾ ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਇੱਕ ਵਾਰ ਫਿਰ ਗੰਭੀਰ ਇਲਜ਼ਾਮ ਸ਼੍ਰੋਮਣੀ ਕਮੇਟੀ ਨੂੰ ਲਗਾਏ ਗਏ ਨੇ। ਬਕਾਇਦਾ ਆਰਐਸਐਸ ਦੇ ਮੁਖੀ ਨੂੰ ਚਿੱਠੀ ਤੱਕ ਲਿਖ ਦਿੱਤੀ ਹੈ। ਇਲਜ਼ਾਮਾਂ ਦੇ ਵਿੱਚ ਕਿਹਾ ਗਿਆ ਕਿ ਆਰਐਸਐਸ ਤੇ ਭਾਜਪਾ ਨੇਤਾ ਸ਼੍ਰੋਮਣੀ ਕਮੇਟੀ ਦੇ ਵਿੱਚ ਦਖਲ ਦੇ ਰਹੇ ਨੇ। ਐਜੀਪੀਸੀ ਚੋਣਾਂ ਦੇ ਵਿੱਚ ਕੇਂਦਰ ਤੇ ਹਰਿਆਣਾ ਸਰਕਾਰ ਨੇ ਦਖਲ ਦਿੱਤਾ ਹੈ। देखो, साडे पंजाब दे प्रधान अश्विनी शर्मा जी और मैं खुद भी बार बार तुहाडे चैनल के माध्यम नाल और बाकी भी चैनलों ते कहते रहे हैं कि भारतीय जनता पार्टी किसी भी धार्मिक मामलों किसी भी धर्म के धार्मिक मामलों दखल नहीं दिंदी, ना चोणां लड़दी है ते ना लड़वाउंदी है। ते जिहड़े साडे जिस तरह हुण सिख हैगे बीजेपी च, सिख हैगे आरएसएस च और सिख हैगे आम आदमी च, सिख अकाली दल तो बिना कांग्रेस भी हैगे ने, ते जिहड़े बाकी भी सिख ने जिहड़े किसी पार्टी च नहीं, की वो सिख नहीं हैगे? की उन्हां दा सिक्खी बारे गुरुद्वारा साहिबान दे प्रबंधां बारे सोचण दा अधिकार नहीं उन्हां नूं? ये अकाली दल पहलां स्पष्ट करे। ते इस करके असीं सिख होण दे नाते कोई राय दईए तां दईए। एज ए बीजेपी साडी कोई राय नहीं हुंदी, ना असीं दखलअंदाजी करदे हां। ये बार बार जाण बुझ के ये मुद्दिआं नूं उठा के भाईचारक सांझ नूं तोड़ना चाहुंदे आ। ये उहदे ते चोट करना चाहुंदे आ, क्योंकि जदों तक ये सत्ता राजसी सत्ता ना होवे इन्हां कोले और उस परिवार की सत्ता ना आवे जो उहदे ते काबिज आ, उदों तक इन्हां नूं चैन नहीं आउणी। इन्हां ने सारे काम करते रहना, इदां ही चिट्ठियां लिखते रहना। साडा इहदे च कोई दखल नहीं है, अज भी कोई दखल नहीं है, कल भी कोई नहीं है। ਗਰੇਵਾਲ ਸਾਹਿਬ ਸਾਡੇ ਨਾਲ ਬਣੇ ਰਹਿਣਾ। ਸਾਡੇ ਨਾਲ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਗਰੇਵਾਲ ਵੀ ਜੁੜੇ ਹੋਏ ਨੇ। ਗਰੇਵਾਲ ਸਾਹਿਬ, ਤੁਹਾਡਾ ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਤੁਹਾਡੇ ਵੱਲੋਂ ਇਹ ਚਿੱਠੀ ਜਿਹੜੀ ਆਰਐਸਐਸ ਦੇ ਮੁਖੀ ਨੂੰ ਲਿਖੀ ਗਈ। ਸਾਡੇ ਨਾਲ ਹਰਜੀਤ ਗਰੇਵਾਲ ਵੀ ਜੁੜੇ ਹੋਏ ਨੇ। ਜੋ ਚਿੱਠੀ ਦੇ ਵਿੱਚ ਇਲਜ਼ਾਮ ਲਗਾਏ ਗਏ ਨੇ, ਜੋ ਪਹਿਲਾਂ ਵੀ ਇਲਜ਼ਾਮ ਲਗਾਏ ਜਾਂਦੇ ਰਹੇ ਨੇ ਐਜੀਪੀਸੀ ਦੇ ਵੱਲੋਂ, ਹਰਜੀਤ ਗਰੇਵਾਲ ਉਹਨਾਂ ਇਲਜ਼ਾਮਾਂ ਨੂੰ ਰੱਦ ਕਰ ਰਹੇ ਨੇ ਤੇ ਨਾਲ ਹੀ ਉਹ ਕਹਿ ਰਹੇ ਨੇ ਕਿ ਸਿਰਫ ਆਪਣੀ ਸੱਤਾ ਬਚਾਉਣ ਦੇ ਲਈ ਸਭ ਕੁਝ ਕੀਤਾ ਜਾ ਰਿਹਾ ਜੇ ਇਲਜ਼ਾਮ ਲਗਾਏ ਜਾ ਰਹੇ ਨੇ। देखो जी, गरेवाल साहब बीजेपी ਦੇ ਨੇ। ਹੁਣ ਜੇ ਕੋਈ ਇਲਜ਼ਾਮ ਆਏਗਾ ਤੇ ਉਹਨੂੰ ਕੰਡੈਮ ਤਾਂ ਕਰਨਗੇ। ਅਸੀਂ ਤਾਂ ਚਾਹੁੰਦੇ ਆ, ਅਸੀਂ ਤਾਂ ਬੜੀ ਦੇਰ ਦੀ ਇਹ ਗੱਲ ਕਹਿੰਦੇ ਆ ਕਿ ਜਿਹੜੀ ਭਾਵਨਾ ਗਰੇਵਾਲ ਹਰਜੀਤ ਸਿੰਘ ਗਰੇਵਾਲ ਦੀ ਆ ਕਿ ਬੀਜੇਪੀ ਦਖਲ ਨਹੀਂ ਦੇ ਰਹੀ, ਅਸੀਂ ਤਾਂ ਚਾਹੁੰਦੇ ਆ ਕਿ ਇਹ ਗੱਲ ਹੋ ਜੇ। ਅਸੀਂ ਤਾਂ ਬੜੀ ਵਾਰ-ਵਾਰ ਇਹ ਗੱਲ ਕਹਿੰਦੇ ਆ ਕਿ ਕਾਂਗਰਸ ਤਾਂ ਇੱਕ ਐਸੀ ਜਮਾਤ ਸੀ ਜਿਹੜੀ ਜਮਾਤ ਨੇ ਸਿੱਖਾਂ ਦੇ ਲਈ ਬੜਾ ਵੱਡਾ, ਜਿਵੇਂ ਕਹਿੰਦੇ ਆ ਕਬੀਲਾ, ਬੜਾ ਵੱਡਾ ਉਹਨਾਂ ਨੇ ਜਿਹੜਾ ਨੈਗੇਟਿਵ ਰੋਲ ਸਾਡੇ ਲਈ ਅਦਾ ਕੀਤਾ। ਸਾਡੇ ਤੇ ਹਮਲੇ ਕੀਤੇ, ਸਾਡੇ ਤੇ ਕੋਈ ਵੀ ਪੱਖ ਜਿਹੜਾ ਵਾ ਜਿਹਦੇ ਚ ਅਸੀਂ ਕਹਿ ਦਈਏ ਕਿ ਸਾਨੂੰ ਕੋਈ ਕਸਰ ਨਹੀਂ ਛੱਡੀ। ਅਸੀਂ ਤਾਂ ਭਾਜਪਾ ਤੋਂ ਆਸ ਨਹੀਂ ਕਰਦੇ ਸੀ। ਹੁਣ ਜਿਹੜੀ ਆ ਚੋਣ ਹੋਈ ਹੈ, ਚੋਣ ਦੇ ਵਿੱਚ ਅਸੀਂ ਦੋਸ਼ ਲਾਉਣ ਦਾ ਸਾਨੂੰ ਕੋਈ ਚਾਅ ਨਹੀਂ ਹੈਗਾ। ਅਸੀਂ ਫਿਰ ਵੀ ਇੱਕ ਮਾਧਿਅਮ ਵਰਤਿਆ, ਅਸੀਂ ਇੱਕ ਚਿੱਠੀ ਪੱਤਰ ਰਾਹੀਂ ਮਾਧਿਅਮ ਵਰਤਿਆ ਤਾਂ ਕਿ ਭਾਗਵਤ ਜੀ, ਕਿਉਂਕਿ ਜਿਹੜੀ ਆਰਐਸਐਸ ਆ ਇਹਦੀਆਂ ਸ਼ਾਖਾਵਾਂ ਨੇ ਸਾਰੀਆਂ, ਜਿਹੜੀ ਬੀਜੇਪੀ ਵੀ ਉਹਦੀ ਇੱਕ ਸ਼ਾਖਾ, ਜਿਹੜੀ ਉਹਦੀ ਪੋਲੀਟੀਕਲ ਜਿਹੜੀ ਇੱਕ ਵਿੰਗ ਹੈ, ਉਹ ਅਸੀਂ ਉਹਨਾਂ ਨੂੰ ਵੀ ਇਹ ਅਪੀਲ ਕੀਤੀ ਆ ਕਿ ਤੁਸੀਂ ਧਰਮ ਦੀ ਗੱਲ ਕਰਦੇ ਹੋ, ਤੁਸੀਂ ਦੂਸਰੇ ਧਰਮਾਂ ਦਾ ਕਦਰ ਕਰੋ, ਸਤਿਕਾਰ ਕਰੋ, ਕਿਉਂਕਿ ਜਿਹੜਾ ਸਿੱਖ ਧਰਮ ਹੈ ਇਹ ਕਦੇ ਵੀ ਕਿਸੇ ਧਰਮ ਦੇ ਵਿੱਚ ਦਖਲ ਨਹੀਂ ਦਿੰਦਾ, ਕਿਸੇ ਨੂੰ ਨੀਵਾਂ ਦਿਖਾਉਣ ਦੀ ਗੱਲ ਨਹੀਂ ਕਰਦਾ। ਸਿੱਖਾਂ ਦਾ ਬੜਾ ਚੰਗਾ ਰਿਕਾਰਡ ਹੈ। ਸੋ ਅਸੀਂ ਤਾਂ ਜੋ ਪਿਛਲੀ ਇਸ ਇਲੈਕਸ਼ਨ ਦੇ ਵਿੱਚ ਜੋ ਕੁਝ ਵਾਪਰਿਆ ਉਸ ਦੀ ਅਸੀਂ ਫਿਕਰਮੰਦੀ ਜ਼ਾਹਰ ਕੀਤੀ ਆ ਕਿ ਇਸ ਗੱਲ ਨਾਲ ਸਿੱਖਾਂ ਦੇ ਮਨ ਤੇ ਬੜਾ ਗੁਰਚਰਨ ਜੀ, ਤੁਸੀਂ ਇੱਥੋਂ ਤੱਕ ਇਲਜ਼ਾਮ ਲਗਾਇਆ ਕਿ ਜਿਹੜਾ ਜਨਰਲ ਇਜਲਾਸ ਹੋਇਆ ਐਜੀਪੀਸੀ ਦੀ ਚੋਣ ਹੋ ਕੇ ਹਟੀ ਹੈ, ਉਸ ਦੇ ਵਿੱਚ ਸੈਂਟਰ ਦੇ ਵੱਲੋਂ, ਕੇਂਦਰ ਦੇ ਵੱਲੋਂ ਦਖਲ ਦਿੱਤਾ ਗਿਆ। ਤੁਸੀਂ ਇਸ ਦਾ ਵੀ ਜ਼ਿਕਰ ਕੀਤਾ ਹੈ। ਹਾਂਜੀ, ਮੈਂ ਬਿਲਕੁਲ ਉਹੀ ਕਹਿ ਰਿਹਾ। ਜਿਹੜੀ ਇਲੈਕਸ਼ਨ ਹੋਈ ਆ, ਤੁਸੀਂ ਦੇਖਿਆ ਹੋਣਾ ਇੱਥੇ ਸਾਡੇ ਸਰਜਾਨ ਸਿੰਘ ਜੀ ਇੱਕ ਬੀਜੇਪੀ ਦੇ ਲੀਡਰ ਨੇ, ਉਹਨਾਂ ਵੱਲੋਂ ਇੱਕ ਆਈਡੀਓ ਵੀ ਲੀਕ ਹੋਈ ਸੀ ਤੇ ਸਾਡੇ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਝੀਂਡਾ ਸਾਹਿਬ ਨੂੰ ਜ਼ਿਕਰ ਕਰਦੇ ਨੇ, ਝੀਂਡਾ ਸਾਹਿਬ ਬਾਹਰ ਆ ਕੇ ਖੁਲਾਸਾ ਕਰਦੇ ਨੇ। ਅਸੀਂ ਇਸ ਗੱਲ ਲਈ ਬੜੇ ਫਿਕਰਮੰਦ ਆ ਕਿ ਬੀਜੇਪੀ ਇਸ ਮਾਮਲੇ ਵਿੱਚ ਕਿਉਂ ਕਰ ਰਹੀ ਆ। ਨਾਲ ਇਹ ਵੀ ਸਵਾਲ ਬਣਦਾ ਕਿਉਂਕਿ ਜਨਰਲ ਇਜਲਾਸ ਹੋ ਚੁੱਕਾ ਹੈ, ਹਰਜਿੰਦਰ ਸਿੰਘ ਧਾਮੀ ਜਿਹੜੇ ਚੋਣ ਜਿੱਤ ਚੁੱਕੇ ਨੇ, ਪ੍ਰਧਾਨ ਮੁੜ ਤੋਂ ਬਣ ਚੁੱਕੇ ਨੇ, ਜਗੀਰ ਕੌਰ ਹਾਰ ਚੁੱਕੇ ਨੇ, ਇਲਜ਼ਾਮ ਪਹਿਲਾਂ ਵੀ ਲਗਾਏ ਗਏ, ਪਰ ਹੁਣ ਜਨਰਲ ਇਜਲਾਸ ਤੋਂ ਬਾਅਦ ਚ ਇਹ ਚਿੱਠੀ ਲਿਖਣ ਦੀ ਜ਼ਰੂਰਤ ਕਿਉਂ ਪਈ? ਕੀ ਚੋਣ ਹੋਣ ਤੋਂ ਬਾਅਦ ਚ ਵੀ ਅਜਿਹੀ ਕੋਈ ਦਖਲਅੰਦਾਜ਼ੀ ਹੋ ਰਹੀ ਹੈ ਜਾਂ ਇਸ ਤਰ੍ਹਾਂ ਦਾ ਕੋਈ ਖਦਸ਼ਾ ਹੈ? ਨਹੀਂ, ਚਲੋ ਚੋਣ ਹੋਣ ਤੋਂ ਬਾਅਦ ਤਾਂ ਕੋਈ ਦਿਖਾਈ ਅੱਜ ਤਾਂ ਨਹੀਂ ਦੇ ਰਹੀ, ਜਦੋਂ ਹੋਏਗੀ ਅਸੀਂ ਦੱਸਾਂਗੇ। ਪਰ ਸਾਡਾ ਮਤਲਬ ਇਹੀ ਆ ਕਿ ਇੱਕ ਰਾਬਤਾ ਬਣ ਜੇ। ਜੇ ਉਹਨਾਂ ਦੀ ਨੌਲੇਜ ਆ ਤਾਂ ਉਹਨੂੰ ਅਗਾਂਹ ਤੋਂ ਖਿਆਲ ਕਰਨਗੇ, ਨੌਲੇਜ ਨਹੀਂ ਹੋ ਸਕਦਾ ਕਿ ਭਾਗਵਤ ਜੀ ਦੇ ਜਾਂ ਬੀਜੇਪੀ ਦੇ ਸੀਨੀਅਰ ਲੀਡਰਸ਼ਿਪ ਦੇ ਨੌਲੇਜ ਨਾ ਹੋਵੇ, ਥਰਡੇ ਲੈਵਲ ਤੇ ਕੋਈ ਗੱਲ ਹੋ ਰਹੀ ਹੋਵੇ। ਅਸੀਂ ਤਾਂ ਕਹਿ ਰਹੇ ਹਾਂ ਕਿਉਂਕਿ ਇਹ ਜਿਹੜਾ ਦੇਸ਼ ਹੈ ਇਹ ਬਹੁਤ ਧਰਮੀ ਦੇਸ਼ ਹੈ, ਬਹੁਤ ਸੰਸਕ੍ਰਿਤੀ ਨਾਲ ਸੰਬੰਧਿਤ ਲੋਕ ਇੱਥੇ ਰਹਿੰਦੇ ਨੇ। ਅਸੀਂ ਚਾਹੁੰਦੇ ਨਹੀਂਗੇ ਕਿ ਇਸ ਤਰ੍ਹਾਂ ਦਾ ਕੋਈ ਖਿਲਾਫ ਪੈਦਾ ਹੋਵੇ। ਠੀਕ ਹੈ ਗੁਰਚਰਨ ਜੀ, ਅਸੀਂ ਹਰਜੀਤ ਗਰੇਵਾਲ ਜੀ ਦਾ ਪੱਖ ਜਾਣ ਲੈਂਦੇ ਹਾਂ। ਗਰੇਵਾਲ ਸਾਹਿਬ,
ਗੁਰਚਰਨ ਗਰੇਵਾਲ ਜੀ ਸਿੱਧੇ ਤੌਰ ਤੇ ਕੇਂਦਰ ਦਾ ਵੀ ਹਵਾਲਾ ਦੇ ਰਹੇ ਨੇ, ਕੇਂਦਰ ਤੇ ਵੀ ਇਲਜ਼ਾਮ ਲਗਾ ਰਹੇ ਨੇ, ਹਰਿਆਣਾ ਦੇ ਸੀਐਮ ਤੇ ਵੀ ਇਲਜ਼ਾਮ ਲਗਾ ਰਹੇ ਨੇ ਤੇ ਨਾਲ ਹੀ ਉਹ ਆਰਐਸਐਸ ਤੇ ਬੀਜੇਪੀ ਤੇ ਸਿੱਧੇ ਤੌਰ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਚੋਣਾਂ ਵੇਲੇ ਸਿੱਧੇ ਤੌਰ ਤੇ ਦਖਲਅੰਦਾਜ਼ੀ ਕੀਤੀ ਗਈ ਹੈ। ਉਹ ਜਿਹੜੀ ਹਰਿਆਣਾ ਸਰਕਾਰ ਦੀ ਗੱਲ ਕਰਦੇ ਆ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਆ, ਉਹ ਹੁੱਡਾ ਸਾਹਿਬ ਦੇ ਟਾਈਮ ਤੇ ਬਣੀ ਔਰ ਹੁੱਡਾ ਸਾਹਿਬ ਉਹ ਹਰਿਆਣਾ ਸਰਕਾਰ ਨੇ ਉੱਥੇ ਸਰਕਾਰ ਸਾਡੀ ਹੈ, ਜਿਹੜੇ ਮੈਂਬਰ ਨੋਮੀਨੇਟ ਕਰਨੇ ਆ ਉਹ ਸਾਡੀ ਸਰਕਾਰ ਨੇ ਹੀ ਕਰਨੇ ਆ, ਹੋਰ ਕੌਣ ਕਰੇਗਾ ਆ ਕੇ। ਜਦੋਂ ਉੱਥੇ ਚੋਣਾਂ ਹੋ ਜਾਣਗੀਆਂ ਉਸ ਵੇਲੇ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀ ਆ ਜਾਣਗੇ, ਉਹਦੇ ਤਾਂ ਕੁਝ ਨਹੀਂ ਕੀਤਾ ਜਾ ਸਕਦਾ। ਉਹ ਇੱਕ ਸਰਕਾਰੀ ਪ੍ਰਕਿਰਿਆ, ਉਸ ਨੂੰ ਫੋਲੋ ਕਰਨਾ ਪੈਂਦਾ। ਔਰ ਇੱਥੇ ਪੰਜਾਬ ਦੇ ਅੰਦਰ ਜਿਹੜੀ ਐਸਜੀਪੀਸੀ ਦੀ ਚੋਣ ਹੋਈ ਆ ਉਹਦੇ ਚ ਅਸੀਂ ਐਜ਼ ਏ ਪੋਲੀਟੀਕਲ ਪਾਰਟੀ ਕੋਈ ਦਖਲਅੰਦਾਜ਼ੀ ਨਹੀਂ ਕਰਦੇ ਔਰ ਨਾ ਹੀ ਆਰਐਸਐਸ ਕਿਤੇ ਕੋਈ ਇਹੋ ਜਿਹਾ ਦਖਲਅੰਦਾਜ਼ੀ ਕਰਦੀ ਆ। ਉਹ ਇੱਕ ਸਮਾਜਿਕ ਸੰਸਥਾ, ਅਸੀਂ ਇੱਕ ਪੋਲੀਟੀਕਲ ਪਾਰਟੀ ਆ। ਇਹ ਅਕਾਲੀ ਦਲ ਦਾ ਬੇਬੀ ਆ, ਉਹ ਆਪਣੇ ਆਪ ਜੋ ਮਰਜ਼ੀ ਕਰਨ। ਜੇ ਹੁਣ ਮਨਪ੍ਰੀਤ ਆਲੀ ਇਹਨਾਂ ਦੀ ਪਾਰਟੀ ਚ ਝਗੜਾ ਹੋ ਜਾਂਦਾ, ਮਨਪ੍ਰੀਤ ਆਲੀ ਅਲੱਗ ਹੋਣ ਲੱਗਦਾ, ਇਹ ਕਹਿੰਦੇ ਆ ਇਹ ਬੀਜੇਪੀ ਕਰਵਾ ਰਹੀ ਹੈ। ਜਦੋਂ ਬੀਬੀ ਜਗੀਰ ਕੌਰ ਹੁੰਦੀ ਹੈ, ਇਹਨਾਂ ਦੀ ਮੈਂਬਰ ਆ, ਇਹਨਾਂ ਦੀ ਲੀਡਰ ਆ, ਤੇ ਇਹ ਕਹਿੰਦੇ ਇਹ ਵੀ ਬੀਜੇਪੀ ਕਰਾਉਂਦੀ ਹੈ। ਦੇਖੋ ਸਾਡੇ ਕਹਿਣ ਤੇ ਤੁਹਾਡੇ ਮੈਂਬਰ ਕਿੱਦਾਂ ਪਾਰਟੀ ਛੱਡ ਜਾਣਗੇ? ਸਾਨੂੰ ਛੁਡਵਾ ਕੇ ਦਿਖਾਓ ਨਾ, ਸਾਡੇ ਕਿਸੇ ਬੰਦੇ ਨੂੰ ਛੁਡਵਾ ਕੇ ਦਿਖਾਓ ਨਾ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ। ਇਹ ਤਾਂ ਪਾਰਟੀਆਂ ਆਪਣੇ ਆਪ ਕਮਜ਼ੋਰ ਹੁੰਦੀਆਂ, ਲੀਡਰਸ਼ਿਪ ਕਮਜ਼ੋਰ ਹੁੰਦੀ ਹੈ, ਲੋਕ ਬਗਾਵਤ ਕਰਨ ਲੱਗ ਜਾਂਦੇ ਆ, ਉਹਦੇ ਦੂਜਿਆਂ ਨੂੰ ਅਕਿਊਜ਼ ਕਰਦੇ ਰਹੋ, ਉਹਦਾ ਕੋਈ ਫਾਇਦਾ ਨਹੀਂ। ਅਸੀਂ ਇਸ ਤਰ੍ਹਾਂ ਨਹੀਂ ਕਰਦੇ। ਮੈਂ ਫਿਰ ਵਿਸ਼ਵਾਸ ਦਿਵਾਉਣਾ ਤੁਹਾਡੇ ਮਾਧਿਅਮ ਨਾਲ ਸਿੱਖ ਜਗਤ ਨੂੰ ਵਿਸ਼ਵਾਸ ਦਿਵਾਉਣਾ, ਇਹਨਾਂ ਨੂੰ ਤਾਂ ਸਾਡੀ ਗੱਲ ਦਾ ਵਿਸ਼ਵਾਸ ਨਹੀਂ ਕਰਨਾ ਕਿ ਅਸੀਂ ਇਹ ਬਿਲਕੁਲ ਦਖਲਅੰਦਾਜ਼ੀ ਨਹੀਂ ਕਰਦੇ। ਪਰ ਜਿਸ ਤਰ੍ਹਾਂ ਮੈਂ ਹੁਣ ਇੱਕ ਸਿੱਖ ਹਾਂ, ਮੈਂ ਬੀਜੇਪੀ 'ਚ ਵੀ ਹਾਂ, ਮੈਂ ਆਰਐਸਐਸ ਦਾ ਵੀ ਸੰਤ ਸੇਵਕ ਹਾਂ, ਪਰ ਮੈਨੂੰ ਸਿੱਖ ਧਰਮ ਦੇ ਬਾਰੇ ਵੀ ਸੋਚਣ ਦੀ ਇਜਾਜ਼ਤ ਹੈ ਜਾਂ ਸਾਨੂੰ ਸਿੱਖੀ 'ਚੋਂ ਹੀ ਕੱਢਤਾ? ਤੇ ਆਮ ਆਦਮੀ ਪਾਰਟੀ 'ਚ ਭਗਵੰਤ ਮਾਨ ਜੀ ਵੀ ਸਿੱਖ ਨੇ, ਉਹਨਾਂ ਨੂੰ ਪਾਰਟੀ 'ਚੋਂ ਹੀ ਕੱਢਤਾ ਜਾਂ ਉਹ ਚੀਫ ਮਿਨਿਸਟਰ ਦੇ ਨਾਲ ਨਾਲ ਸਿੱਖ ਵੀ ਨੇ, ਸਿੱਖੀ ਬਾਰੇ ਵੀ ਉਹਨਾਂ ਨੂੰ ਉਹਨੂੰ ਧਰਮ ਨੂੰ ਮੰਨਣ ਦਾ ਅਧਿਕਾਰ ਹੈ ਜਾਂ ਨਹੀਂ ਹੈ? ਇਸੇ ਤਰ੍ਹਾਂ ਹੀ ਕਾਂਗਰਸ ਦੇ ਵਿੱਚ ਵੀ ਸਿੱਖ ਨੇ। ਕਾਂਗਰਸ ਨੇ ਇੰਨਾ ਜ਼ਿਆਦਾ ਸਿੱਖੀ ਦਾ ਘਾਣ ਕੀਤਾ, ਉਸ ਦੇ ਬਾਵਜੂਦ ਵੀ ਉਹਨਾਂ ਨੂੰ ਇੱਥੋਂ ਦੇ ਸਿੱਖ ਜਗਤ ਹੀ ਸੱਤਾ 'ਚ ਲੈ ਕੇ ਆਇਆ ਤੇ ਉਹ ਅੱਜ ਵੀ ਸਿੱਖ ਨੇ। ਤੇ ਇਸ ਕਰਕੇ ਅਸੀਂ ਇਸ ਤਰ੍ਹਾਂ ਦੀਆਂ ਵੰਡੀਆਂ ਸਮਾਜ 'ਚ ਨਾ ਪਾਈਏ ਤੇ ਤੁਸੀਂ ਇਹ ਹਾਂਜੀ ਗੁਰਚਰਨ ਜੀ ਗਰੇਵਾਲ ਸਾਹਿਬ ਸਿੱਧੇ ਤੌਰ ਤੇ ਇੱਥੇ ਵਾਰ-ਵਾਰ ਇਲਜ਼ਾਮਾਂ ਨੂੰ ਰੱਦ ਕਰ ਰਹੇ ਨੇ। ਉਹ ਸਿੱਧਾ ਕਹਿ ਰਹੇ ਨੇ ਕਿ ਬੀਬੀ ਜਗੀਰ ਕੌਰ ਨੇ ਜੇ ਹਰਜਿੰਦਰ ਧਾਮੀ ਦੇ ਖਿਲਾਫ ਚੋਣ ਲੜੀ ਆ ਤਾਂ ਉਹ ਤਾਂ ਅਕਾਲੀ ਦਲ ਦਾ ਲੰਬਾ ਸਮਾਂ ਹਿੱਸਾ ਰਹੇ, 4 ਵਾਰ ਐਸਜੀਪੀਸੀ ਦੇ ਪ੍ਰਧਾਨ ਵੀ ਰਹੇ, ਕੋਈ ਬਾਹਰੋਂ ਤਾਂ ਆ ਕੇ ਉਹਨਾਂ ਦੇ ਖਿਲਾਫ ਚੋਣ ਲੜ ਕੇ ਨਹੀਂ ਗਿਆ। ਤੁਹਾਡੀ ਤਕਨੀਕੀ ਖਰਾਬੀ ਕਰਕੇ ਮੈਨੂੰ ਇਹਨਾਂ ਦਾ ਕੁਝ ਨਹੀਂ ਸੁਣਾਈ ਦਿੱਤਾ ਜੋ ਕਹਿ ਰਹੇ ਨੇ। ਮੈਨੂੰ ਤੁਸੀਂ ਨਹੀਂ, ਮੈਂ ਦੱਸ ਦੇਣਾ ਤੁਹਾਨੂੰ। ਹਰਜੀਤ ਗਰੇਵਾਲ ਜੀ ਇਹ ਕਹਿ ਰਹੇ ਨੇ ਕਿ ਬੀਬੀ ਜਗੀਰ ਕੌਰ ਜਿਨ੍ਹਾਂ ਨੇ ਹਰਜਿੰਦਰ ਧਾਮੀ ਦੇ ਖਿਲਾਫ ਚੋਣ ਲੜੀ, ਉਹਨਾਂ ਦੇ ਖਿਲਾਫ ਚੋਣ ਲੜਨ ਦਾ ਐਲਾਨ ਪਹਿਲਾਂ ਕੀਤਾ ਗਿਆ, ਉਹ ਤਾਂ ਅਕਾਲੀ ਦਲ ਦਾ ਹਿੱਸਾ ਸਨ, ਅਕਾਲੀ ਦਲ ਦੇ ਸੀਨੀਅਰ ਨੇਤਾ ਸਨ। ਉਸ ਤੋਂ ਬਾਅਦ 'ਚ ਉਹਨਾਂ ਦੇ ਵੱਲੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ, ਬਾਹਰੋਂ ਤਾਂ ਹੈ ਨਹੀਂ ਸੀ ਕੋਈ। ਅਸੀਂ ਕਿਸੇ ਨੂੰ ਚੋਣ ਲੜਨ ਤੋਂ ਰੋਕਿਆ ਨਹੀਂ। ਪਰ ਵੇਖੋ ਗੱਲ ਇਹ ਆ, ਚਾਹੇ ਜਦੋਂ ਬੀਬੀ ਜੀ ਆ ਗਏ ਨੇ ਮੈਦਾਨ ਦੇ ਵਿੱਚ, ਸਾਨੂੰ ਕੋਈ ਇਤਰਾਜ਼ ਨਹੀਂ ਪ੍ਰੋਬਲਮ, ਤਾਂ ਉਹਦੇ ਵਿੱਚ ਜਿਹੜੀ ਸਪੋਰਟ ਕੀਤੀ ਗਈ ਆ, ਜਿਹੜੀ ਉਮੀਦਵਾਰ ਦੀ ਮਦਦ ਕੀਤੀ ਗਈ ਆ, ਉਸ ਦੇ ਬਾਰੇ 'ਚ ਅਸੀਂ ਜ਼ਿਕਰ ਕਰ ਰਹੇ ਨੇ। ਸਾਨੂੰ ਕੋਈ ਇਤਰਾਜ਼ ਨਹੀਂ। ਬੀਬੀ ਜੀ ਤੋਂ ਛੱਡ ਕੇ 2-4 ਬੰਦੇ ਹੋਰ ਵੀ ਖੜ ਜਾਂਦੇ, ਸਾਨੂੰ ਕੋਈ ਮਸਲਾ ਨਹੀਂ। ਦੇਖੋ ਗੱਲ ਇਹ ਆ ਕਿ ਬੀਜੇਪੀ ਜਿਹੜੀ ਆ, ਜੇ ਉਹ ਸਿੱਖਾਂ ਦੇ ਸਿੱਧੇ ਤੌਰ ਤੇ ਧਾਰਮਿਕ ਮਾਮਲੇ ਵਿੱਚ ਦਖਲ ਦੇਗੀ ਤਾਂ ਫਿਰ ਇਤਰਾਜ਼ ਤਾਂ ਦੇਖੋ ਹੋਣਾ ਬਣਦਾ ਹੀ ਹੈ ਨਾ ਜੀ। ਨਹੀਂ ਗੁਰਚਰਨ ਜੀ, ਜੇ ਸਿੱਧਾ ਸਵਾਲ ਕੀਤਾ ਜਾਵੇ, ਜੇ ਬੀਬੀ ਜਗੀਰ ਕੌਰ ਨੇ ਚੋਣ ਲੜਨ ਦਾ ਐਲਾਨ ਕੀਤਾ, ਚੋਣਾਂ ਨਾਲ ਲੜੀ ਵੀ ਗਈ, ਤਾਂ ਐਸਜੀਪੀਸੀ ਨੂੰ, ਅਕਾਲੀ ਦਲ ਨੂੰ ਕੀ ਲੱਗਦਾ ਹੈ ਕਿ ਉਹਨਾਂ ਦੀ ਉਮੀਦਵਾਰੀ ਦੇ ਪਿੱਛੇ, ਚੋਣ ਲੜਨ ਦੇ ਫੈਸਲੇ ਦੇ ਪਿੱਛੇ ਬੀਜੇਪੀ ਦਾ ਹੱਥ ਸੀਗਾ? ਜੇ ਸਿੱਧਾ ਜਿਹਾ ਸਵਾਲ ਕੀਤਾ ਜਾਵੇ। ਨਹੀਂ, ਤੁਸੀਂ ਦੇਖੋ ਨਾ ਜੀ, ਓਪਨਲੀ ਦਾਦੂਵਾਲ ਸਾਹਿਬ ਕਹਿ ਰਹੇ ਨੇ, ਜਿਹੜੇ ਹੁਣ ਦੇਖੋ ਡਿਨਾਈ ਨਹੀਂ ਕਰਨਗੇ। ਆਪਣੇ ਜਿਹੜੇ ਸਰਚਾਨ ਸਿੰਘ ਜੀ, ਉਹ ਬੀਜੇਪੀ ਦੇ ਲੀਡਰ ਨੇ, ਹਰ ਰੋਜ਼ ਉਹਨਾਂ ਦੇ ਬਿਆਨ ਆਉਂਦੇ ਨੇ। ਹੋਰ ਵੀ ਬੜੇ ਢੰਗ ਨਾਲ ਸਾਡੇ ਜਿਹੜੇ ਮੈਂਬਰ ਸਾਹਿਬਾਨ ਨੇ, ਉਹਨਾਂ ਨੂੰ ਫੋਨ ਆਏ ਨੇ, ਉਹਨਾਂ ਤੇ ਦਬਾਅ ਬਣਾਇਆ ਗਿਆ ਬੀਜੇਪੀ ਦੇ ਲੀਡਰ ਸਾਹਿਬਾਨ ਵੱਲੋਂ। ਅਸੀਂ ਜਿਹੜੀ ਇਹ ਚਿੱਠੀ ਆ, ਅਸੀਂ ਇਹ ਚਿੱਠੀ ਨੂੰ ਇੱਕ ਸੁਖਾਵਾਂ ਮਾਹੌਲ ਬਣਾਉਣ ਵਾਸਤੇ ਭੇਜੀ ਆ, ਤਾਂ ਕਿ ਇਸ ਗੱਲ ਬਾਰੇ ਗੌਰ ਕੀਤਾ ਜਾਵੇ। ਚਿੱਠੀ ਦੇ ਵਿੱਚ ਗੁਰਚਰਨ ਜੀ ਕਿਸੇ ਕੋਈ ਸਬੂਤਾਂ ਦਾ ਹਵਾਲਾ ਦਿੱਤਾ ਹੈ, ਕੋਈ ਜ਼ਿਕਰ ਕੀਤਾ ਗਿਆ ਇਸ ਤੋਂ ਇਲਾਵਾ? ਨਹੀਂ, ਸਬੂਤ ਤਾਂ ਤੁਹਾਡੇ ਸਾਹਮਣੇ ਆ ਜੀ। ਹੁਣ ਸਰਚਾਨ ਜੀ ਦੀ ਆਡੀਓ ਜਿਹੜੀ ਆ, ਜਿਹੜੀ ਤੁਹਾਡੇ ਚੈਨਲ ਤੇ ਬੈਠ ਕੇ ਉਹ ਮੰਨ ਕੇ ਗਏ ਨੇ ਵੀ ਹਾਂ ਇਹ ਆਡੀਓ ਮੇਰੀ ਆ, ਤੇ ਜੇ ਇਸ ਤੋਂ ਅੱਗੇ ਵੀ ਕੋਈ ਸਬੂਤ ਚਾਹੀਦੇ ਦੱਸੋ। ਨਹੀਂ, ਪਰ ਸਰਚਾਨ ਜੀ ਨੇ ਨਾਲ ਇਹ ਵੀ ਕਿਹਾ ਸੀ ਨਿਊਜ਼ੇਟਿਵ ਤੇ, ਉਹ ਤਾਂ ਗੱਲ ਕਿਸੇ ਨਾਲ ਵੀ ਕਰ ਸਕਦੇ ਨੇ, ਉਹਨਾਂ ਦਾ ਕੋਈ ਵੀ ਕੋਈ ਨਜ਼ਦੀਕੀ ਕੋਈ ਜਾਣਕਾਰ ਹੋ ਸਕਦਾ ਹੈ। ਉਸ ਦਾ ਮਤਲਬ ਇਹ ਨਹੀਂ ਕਿ ਕੋਈ ਇੰਟਰਫੇਰੈਂਸ ਕੀਤੀ ਜਾ ਰਹੀ ਹੈ। ਸਰਚਾਨ ਜੀ ਨੇ ਵੀ ਕਿਹਾ ਸੀਗਾ ਨਾਲ। ਨਹੀਂ, ਜੋ ਕੁਝ ਉਹ ਕਹਿ ਰਹੇ ਸੀਗੇ, ਇਹਦਾ ਮਤਲਬ ਕੰਪੇਨ ਕਰ ਰਹੇ ਸੀ ਨਾ ਬੀਬੀ ਜੀ ਦੀ। ਤੇ ਝੀਂਡਾ ਸਾਹਿਬ ਨੂੰ ਹਾਂਜੀ ਹਰਜੀਤ ਗਰੇਵਾਲ ਜੀ, ਆਉਣਾ ਤੁਹਾਡੇ ਵੱਲ ਆਉਂਦਾ ਮੈਂ।
ਜਿਹੜੇ ਝੀਂਡਾ ਸਾਹਿਬ ਨੂੰ ਕਹਿ ਰਹੇ ਸੀ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਹਰਿਆਣਾ ਦੇ ਜੀ। ਵੀ ਤੁਸੀਂ ਬੀਬੀ ਜੀ ਦੀ ਸਪੋਰਟ ਕਰੋ, ਕੀ ਲੋੜ ਆ? ਅਸੀਂ ਤਾਂ ਕਹਿੰਦੇ ਬੀਜੇਪੀ ਨੇ ਇਸ ਮਾਮਲੇ ਜਦੋਂ ਅਸੀਂ ਕਿਸੇ ਦਾ ਦਖਲ ਨਹੀਂ ਦਿੰਦੇ। ਕਿੰਨੇ ਹੁਣ ਜਿਹੜੇ ਮੰਦਿਰ ਆ ਉਹਨਾਂ ਦੀਆਂ ਬੋਰਡ ਬਣੇ ਨੇ, ਉਹਨਾਂ ਦੇ ਪ੍ਰਬੰਧ ਨੇ, ਉਹਨਾਂ ਦੇ ਵਿੱਚ ਕਦੇ ਸਿੱਖਾਂ ਨੇ ਜਾ ਕੇ ਕਿਹਾ ਹੀ ਨਹੀਂ ਕਿ ਅਸੀਂ ਇਹਦੇ ਵਿੱਚ ਆਈਏ, ਕੋਈ ਦਖਲ ਦੇਈਏ। ਸੋ ਅਸੀਂ ਇਸ ਤਰ੍ਹਾਂ ਦੀ ਆਸ ਨਹੀਂ ਰੱਖਦੇ। ਅਸੀਂ ਅਗਲੇ ਆਉਣ ਵਾਲੇ ਸਮੇਂ ਵਿੱਚ ਤਾਂ ਕਿ ਸਖਾਵਾਂ ਮਾਹੌਲ ਬਣਿਆ ਰਵੇ, ਇਸ ਕਰਕੇ ਅਸੀਂ ਠੀਕ ਹੈ ਗੁਰਚਰਨ ਜੀ। ਹਾਂਜੀ ਹਰਜੀਤ ਗਰੇਵਾਲ ਜੀ, ਗੁਰਚਰਨ ਜੀ ਸਿੱਧਾ ਕਹਿ ਰਹੇ ਨੇ ਕਿ ਜਿਹੜੇ ਬੀਬੀ ਜਗੀਰ ਕੌਰ ਉਮੀਦਵਾਰ ਖੜੇ ਹੋਏ ਚੋਣ ਲੜੇਗੀ ਉਸ ਦੇ ਪਿੱਛੇ ਬੀਜੇਪੀ ਦੀ ਪੂਰੀ ਸਪੋਰਟ ਸੀ। ਸਰਚਾਨ ਸਿੰਘ ਦਾ ਉਹਨਾਂ ਦੀ ਆਡੀਓ ਰਿਕਾਰਡਿੰਗ ਦਾ ਹਵਾਲਾ ਦੇ ਰਹੇ ਨੇ ਕਿ ਕਿਵੇਂ ਐਜੀਪੀਸੀ ਮੈਂਬਰਾਂ ਨੂੰ ਫੋਨ ਤੱਕ ਕੀਤੇ ਗਏ, ਕਈ ਲਾਲਚ ਤੱਕ ਦਿੱਤੇ ਗਏ। ਬੀਜੇਪੀ ਦੀ ਲੀਡਰਸ਼ਿਪ ਜਿਹੜੀ ਆ ਉਹ ਰਾਜਨੀਤੀ ਦੇ ਇੰਨੇ ਨਲਾਇਕ ਸਟੂਡੈਂਟ ਨਹੀਂ ਹੈ ਕਿ ਸਾਨੂੰ ਪਤਾ ਨਾ ਹੋਵੇ ਕਿ ਸਾਡੀ ਪੋਜੀਸ਼ਨ ਐਸਜੀਪੀਸੀ 'ਚ ਕੀ ਹੈ। ਜਦੋਂ ਸਾਨੂੰ ਪਤਾ ਕਿ ਸਾਡੇ ਤਾਂ 3-4 ਐਸਜੀਪੀਸੀ ਮੈਂਬਰ ਹੁਣ ਸ਼ਾਮਲ ਹੋਏ ਨੇ, ਉਹ ਆਪਣੇ ਆਪ ਇੰਡੀਪੈਂਡੈਂਟ ਵੋਟ ਪਾਉਣੀ ਆ ਉਹਨਾਂ ਨੇ। ਇੱਕ ਸਿੱਖ ਹੋਣ ਦੇ ਨਾਤੇ ਮੈਂ ਵੀ ਕਿਸੇ ਦੀ ਸਪੋਰਟ ਕਰ ਸਕਦਾ, ਪਰ ਮੇਰਾ ਮੰਨਣਾ ਇਹ ਆ ਸਿੱਖ ਹੋਣ ਦੇ ਨਾਤੇ ਵੀ ਕਿ ਸ਼੍ਰੋਮਣੀ ਅਕਾਲੀ ਦਲ ਚਾਹੇ ਕੁਛ ਵੀ ਕਹੀਏ ਦੇਸ਼ ਭਗਤ ਜਮਾਤ ਆ, ਤੇ ਸਿੱਖੀ ਦੀ ਸੇਵਾ ਕਰਨ ਦਾ ਇਹਨਾਂ ਦਾ ਜਿਹੜਾ ਹੈਗਾ ਜਦੋਂ ਤੱਕ ਕਰਨਗੇ ਉਦੋਂ ਤੱਕ ਐਸਜੀਪੀਸੀ ਦੀ ਦੁਰਵਰਤੋਂ ਘੱਟ ਤੋਂ ਘੱਟ ਦੇਸ਼ ਦੇ ਖਿਲਾਫ ਨਹੀਂ ਹੋ ਸਕਦੀ, ਸਾਜ਼ਿਸ਼ਾਂ ਨਹੀਂ ਹੋ ਸਕਦੀਆਂ। ਇਸ ਕਰਕੇ ਇਹ ਰਹਿਣੇ ਚਾਹੀਦੇ ਆ ਤੇ ਮੈਂ ਇਸ ਕਰਕੇ ਇਸ ਮਾਮਲੇ 'ਚ ਚੁੱਪਚਾਪ ਬੈਠਾ ਰਿਹਾ। ਤੇ ਮੈਂ ਜਿੱਥੇ ਵੀ ਮੇਰੀ ਗੱਲ ਹੋਈ ਇਹ ਗੱਲ ਕਈ ਸਿੱਖ ਐਸੇ ਹੈ ਕਿ ਉਹਨਾਂ ਨੂੰ ਲੱਗਦਾ ਹੋਊਗਾ ਕਿ ਅਸੀਂ ਬੀਬੀ ਜਗੀਰ ਕੌਰ ਦੀ ਮਦਦ ਕਰੀਏ, ਜਗੀਰ ਕੌਰ ਅੱਛਾ ਕੰਮ ਕਰੂਗੀ। ਉਹ ਬੀਜੇਪੀ 'ਚ ਵੀ ਹੋ ਸਕਦੇ ਆ, ਕਾਂਗਰਸ 'ਚ ਵੀ ਤੇ ਆਮ ਆਦਮੀ 'ਚ ਵੀ। ਉਹਦੇ 'ਚ ਮੈਂ ਇਹ ਸਮਝਦਾ, ਪਰ ਮੈਂ ਆਪਣੀ ਰਾਏ ਦਿੱਤੀ ਹੈ। ਇਸੇ ਤਰ੍ਹਾਂ ਹੀ ਸਭ ਦੀ ਇੰਡੀਪੈਂਡੈਂਟ ਰਾਏ ਆ ਬੀਜੇਪੀ 'ਚ। ਆ ਜਿਹੜੇ ਸਰਚਾਨ ਸਿੰਘ ਉਹਨਾਂ ਦੀ ਗੱਲ ਕਰਦੇ ਆ, ਉਹ ਸਾਡੇ ਬੀਜੇਪੀ ਦੇ ਕੋਈ ਪਦਾਧਿਕਾਰੀ ਨਹੀਂ ਹੈ, ਉਹ ਬੀਜੇਪੀ ਦੇ ਐਕਟਿਵਿਸਟ ਹੁਣ ਪਿੱਛੇ ਸ਼ਾਮਲ ਹੋਏ ਨੇ ਜੋ ਮੈਨੂੰ ਪਤਾ ਲੱਗਿਆ। ਤੇ ਮੈਨੂੰ ਬੀਜੇਪੀ 'ਚ ਕੰਮ ਕਰਦੇ ਨੂੰ ਠੀਕ ਹੈ ਹਰਜੀਤ ਗਰੇਵਾਲ ਜੀ, ਗੁਰਚਰਨ ਤੁਹਾਡਾ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ। ਸਿੱਧੇ ਤੌਰ ਤੇ ਹੁਣ ਇਲਜ਼ਾਮ ਉਹੀ ਸ਼੍ਰੋਮਣੀ ਕਮੇਟੀ ਨੂੰ ਲਗਾਏ ਜਾ ਰਹੇ ਜਿਹੜੇ ਕਿ ਜਨਰਲ ਇਜਲਾਸ ਤੋਂ ਪਹਿਲਾਂ ਲਗਾਏ ਗਏ ਸਨ, ਤੇ ਹੁਣ ਬਕਾਇਦਾ ਐਜੀਪੀਸੀ ਦੇ ਵੱਲੋਂ ਆਰਐਸਐਸ ਦੇ ਮੁਖੀ ਨੂੰ ਚਿੱਠੀ ਲਿਖੀ ਗਈ ਹੈ ਤੇ ਉਸ ਦੇ ਵਿੱਚ ਵੀ ਇਹੀ ਜ਼ਿਕਰ ਕੀਤਾ ਗਿਆ ਕਿ ਆਰਐਸਐਸ ਤੇ ਭਾਜਪਾ ਨੇਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਦਖਲ ਦੇ ਰਹੇ ਨੇ।